Good morning, everyone. So, today we will discuss um, the first topic of unit second. We had already discussed the symmetry elements and symmetry operations. So, the next one is magnetic behavior of transition metal complexes. Magnetic behavior of transition metal complexes is a third chapter of unit second, and in this chapter firstly we will discuss the introduction part, magnetic behavior of the transition metal complexes. ਜਿਹੜਾ magnetic behavior of transition metal complexes ਹੈ ਇਹਦੇ 'ਚ ਆਪਾਂ ਫਸਟਲੀ ਆਪਾਂ ਜਿਹੜੀ ਮੈਗਨੈਟਿਕ ਪ੍ਰੋਪਰਟੀਜ਼ ਹੈਗੀਆਂ ਹੈ ਡਿਫਰੈਂਟ ਕੋਆਰਡੀਨੇਸ਼ਨ ਕੰਪਾਊਂਡਸ ਦੀਆਂ ਉਹਦੇ ਆਪਾਂ ਨੇ ਮੈਗਨੈਟਿਕ ਬਿਹੇਵੀਅਰਸ ਜਿਹੜੇ ਹੈਗੇ ਆਪਾਂ ਨੇ ਉਹ ਡਿਸਕਸ ਕਰਨੇ ਹੈ ਬਿਫੋਰ ਵੀ ਡਿਸਕਸਿੰਗ ਦਾ ਮੈਗਨੈਟਿਕ ਬਿਹੇਵੀਅਰ ਆਫ ਟ੍ਰਾਂਜੀਸ਼ਨ ਮੈਟਲ ਕੰਪਲੈਕਸਿਸ of the transition metal complex you can say of coordination compound. ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੋ ਬੇਸਿਕ ਫੈਮਿਲੀਅਰਾਈਜ਼ ਜਿਹੜੇ ਟੌਪਿਕ ਨੇ ਫਸਟਲੀ ਸਾਨੂੰ ਉਹ ਟੌਪਿਕ ਜਿਹੜੇ ਹੈਗੇ ਆ ਉਹ ਅੰਡਰਸਟੈਂਡ ਹੋਣੇ ਚਾਹੀਦੇ ਹੈ ਵਿਚ ਵੁੱਡ ਬੀ ਯੂਜ਼ in the which would be used frequently in the further discussion. So here are some terms in the introduction part which we will discuss firstly before the magnetic behavior of the transition metal complexes, because these terms are very important for the further magnetic behavior of the transition metal complexes. These are the term. The first term is ਮੈਗਨੈਟਿਕ ਇੰਡਕਸ਼ਨ। ਬੇਸਿਕਲੀ ਮੈਗਨੈਟਿਕ ਇੰਡਕਸ਼ਨ ਕੀ ਹੈਗਾ, ਜਦੋਂ ਮੈਗਨੈਟਿਕ ਇੰਡਕਸ਼ਨ ਦੇ ਵਿੱਚ ਕੀ ਹੈ ਕਿ ਕੋਈ ਵੀ ਸਪੈਸੀਮੈਨ ਕਿਸੇ ਵੀ ਮਟੀਰੀਅਲ ਦਾ, ਜਦੋਂ ਵੀ ਅਸੀਂ ਕੋਈ ਵੀ ਸਪੈਸੀਮੈਨ ਕਿਸੇ ਵੀ ਮਟੀਰੀਅਲ ਦਾ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਦੇ ਹਾਂ, ਜਦੋਂ ਵੀ ਅਸੀਂ ਕਿਸੇ ਵੀ ਮਟੀਰੀਅਲ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਦੇ ਹਾਂ ਦੈਨ ਇਟ ਗੈਟ ਮੈਗਨੇਟਾਈਜ਼। ਮੀਨਸ ਜਿਹੜੀ ਮੈਗਨੇਟਿਜ਼ਮ ਹੈ ਇਜ਼ ਇੰਡਿਊਸਡ ਇਨ ਦਾ ਸਪੈਸੀਮੈਨ। ਲਾਈਕ ਜਿਵੇਂ ਆਪਾਂ ਸਟੱਡੀ ਕਰਦੇ ਹਾਂ ਪੋਲਰ ਅਤੇ ਨੋਨ ਪੋਲਰ ਦੇ ਵਿੱਚ ਡਾਇਪਲ ਇੰਡਕਸ਼ਨ ਔਰ ਡਾਇਪਲ ਇੰਡਕਸ਼ਨ, ਅਤੇ ਉਹਦੇ 'ਚ ਆਪਾਂ ਕੀ ਕਰਦੇ ਹਾਂ ਕਿਸੇ ਵੀ ਨੋਨ ਪੋਲਰ ਮਟੀਰੀਅਲ ਨੂੰ ਆਪਾਂ ਪੋਲਰ ਮਟੀਰੀਅਲ ਦੇ ਕੋਲ ਅਗਰ ਪਲੇਸ ਕਰਦੇ ਹਾਂ ਤਾਂ ਜਿਹੜਾ ਪੋਲਰ ਮਟੀਰੀਅਲ ਹੈ ਇਟ ਇੰਡਿਊਸ ਦ ਮੈਗਨੈਟਿਕ ਫੀਲਡ, ਇਟ ਇੰਡਿਊਸ ਦ ਚਾਰਜਿਸ ਇਨ ਟੂ ਦ ਨੋਨ ਪੋਲਰ ਮੋਲੀਕਿਊਲ। ਉਹ ਮੋਲੀਕਿਊਲ ਜਿਹਦੇ ਕੋਲ ਕੋਈ ਵੀ ਚਾਰਜਿਸ ਨਹੀਂ ਹੈਗੇ, ਅਤੇ ਜਿਹੜੇ ਨੋਨ ਪੋਲਰ ਮੋਲੀਕਿਊਲ ਦੇ ਵਿੱਚ ਕੀ ਹੈਗਾ ਇੱਕ ਪੋਲਰ ਮੋਲੀਕਿਊਲ ਆਪਣੇ ਚਾਰਜਿਸ ਨੂੰ ਇੰਡਿਊਸ ਕਰ ਦਿੰਦਾ ਹੈ। ਸੇਮ ਐਜ਼ ਅ ਮੈਗਨੈਟਿਕ ਇੰਡਕਸ਼ਨ ਕਿ ਅਗਰ ਆਪਾਂ ਕਿਸੇ ਵੀ ਸਪੈਸੀਮੈਨ ਨੂੰ ਕੋਈ ਵੀ ਮਟੀਰੀਅਲ ਨੂੰ ਅਗਰ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਦੇ ਹਾਂ ਅਤੇ ਉਹ ਜਿਹੜੀ ਮੈਗਨੈਟਿਕ ਫੀਲਡ ਹੈ ਇਟ ਗੈਟ induced in the specimen, so it is the magnetic induction। ਕਿ ਮੈਗਨੈਟਿਕ ਇੰਡਕਸ਼ਨ ਮੈਗਨੈਟਿਕ ਇੰਡਕਸ਼ਨ ਦੇ ਵਿੱਚ ਵੀ ਕੀ ਹੈਗਾ, ਜਿਹੜੀ ਮੈਗਨੈਟਿਕ ਇੰਡਕਸ਼ਨ ਹੈ ਸਿੰਪਲੀ ਅਸੀਂ ਇਹਨੂੰ ਇਸ ਤਰੀਕੇ ਨਾਲ ਵੀ ਡਿਫਾਈਨ ਕਰ ਸਕਦੇ ਹਾਂ ਕਿ ਟੋਟਲ ਨੰਬਰ ਆਫ ਮੈਗਨੈਟਿਕ ਲਾਈਨਸ ਜਿਹੜੀਆਂ ਹੈਗੀਆਂ ਹੈ ਉਹ ਫੋਰਸ, ਜਿਹੜੀ ਵੀ ਮੈਗਨੈਟਿਕ ਇੰਡਕਸ਼ਨ ਜਿਹੜੀ ਹੈਗੀ ਮੈਗਨੇਟਿਜ਼ਮ ਇੰਡਿਊਸਡ ਹੋਏਗੀ ਕਿਸੇ ਵੀ ਮਟੀਰੀਅਲ ਦੇ ਵਿੱਚ, ਦੇ ਆਰ ਨੋਨ ਐਜ਼ ਦਾ ਟੋਟਲ ਨੰਬਰ ਆਫ ਮੈਗਨੈਟਿਕ ਫੀਲਡ lines of force crossing in a unit area. When those forces are crossing in a unit area around a point where the specimen is located in the magnetic field। ਜਦੋਂ ਵੀ ਉਹ ਜਿਹੜੀਆਂ ਲਾਈਨਸ ਨੇ ਉਹ ਪਰ ਯੂਨਿਟ ਏਰੀਆ ਦੇ ਵਿੱਚ ਕ੍ਰੋਸ ਕਰਨਗੀਆਂ ਐਟ ਅ ਪਰਟੀਕੂਲਰ ਪੁਆਇੰਟ, ਸਿੰਪਲੀ ਅਸੀਂ ਕਹਿ ਸਕਦੇ ਹਾਂ ਕਿ ਵਿਚ ਇਜ਼ ਪਰਪੈਂਡੀਕਲ ਟੂ ਦ ਡਾਇਰੈਕਸ਼ਨ ਆਫ ਦਾ ਮੈਗਨੇਟਾਈਜ਼ਿੰਗ ਲਾਈਨਸ ਆਫ ਇੰਡਕਸ਼ਨ। ਠੀਕ ਹੈ, ਜਿਹੜੀ ਡਾਇਰੈਕਸ਼ਨ ਹੋਏਗੀ ਮੈਗਨੈਟਿਕ ਲਾਈਨ ਆਫ ਫੋਰਸਿਸ ਦੇ ਦੈਟ ਇਜ਼ ਪਰਪੈਂਡੀਕੂਲਰ ਟੂ ਦ ਡਾਇਰੈਕਸ਼ਨ ਆਫ ਦ ਮੈਗਨੇਟਾਈਜ਼ਿੰਗ ਲਾਈਨ ਆਫ ਇੰਡਕਸ਼ਨ, ਦੈਨ ਦੈਟ ਫਿਨੋਮੀਨਾ ਇਜ਼ ਬੇਸਿਕਲੀ ਨੋਨ ਐਜ਼ ਦਾ ਮੈਗਨੈਟਿਕ ਫਲਕਸ ਡੈਂਸਿਟੀ। ਠੀਕ ਆ, ਆਪਾਂ ਉਹਨੂੰ ਕੀ ਕਹਾਂਗੇ ਮੈਗਨੈਟਿਕ ਫਲਕਸ ਡੈਂਸਿਟੀ ਕਹਾਂਗੇ। ਅਤੇ ਸਿੰਪਲੀ ਜਿਹੜੀ ਮੈਗਨੈਟਿਕ ਫਲਕਸ ਡੈਂਸਿਟੀ ਹੈਗੀ ਉਹ ਪਰ ਯੂਨਿਟ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਉਹ ਡਿਫਾਈਨ ਕੀਤੀ ਜਾਏਗੀ। ਐਂਡ ਸੋ ਇਟ ਇਜ਼ ਅਬਾਊਟ ਦਾ ਮੈਗਨੈਟਿਕ ਇੰਡਕਸ਼ਨ। ਸੋ ਦ ਨੈਕਸਟ ਵਨ ਇਜ਼ ਪਰਮੀਏਬਿਲਿਟੀ। ਪਰਮੀਏਬਿਲਿਟੀ ਮੈਗਨੈਟਿਕ ਇੰਡਕਸ਼ਨ ਬਾਰੇ ਮੈਂ ਪਹਿਲਾਂ ਲਿਖ ਦਿੰਦੀ ਹਾਂ ਇੱਥੇ ਕਿ ਮੈਗਨੈਟਿਕ ਇੰਡਕਸ਼ਨ ਕੀ ਹੈ, ਸੋ ਦੈਟ ਇਟ ਇਜ਼ ਕਨਵੀਨੀਅੰਟ ਟੂ all। So these are the definition for the magnetic induction and magnetic field density. The next one is permeability. And intensity of magnetization
इंटेंसिटी ऑफ मैग्नेटाइजेशन मीनस कि इट इज़ बेसिकली रिप्रजेंट द एक्सटेंट एट विच द स्पैसीमैन गैट मैगनेटाइज वैन इट्स प्लेसड इन द मैगनेटिक फील्ड कि जो आप किसी भी मटीਰੀयल ਨੂੰ मैगनेटिक फील्ड ਦੇ ਵਿੱਚ प्लेस करते हैं दैन कित्थों तक वो ਜਿਹੜਾ स्पैसीमैन हैगा इट गैट मैगनेटाइज दैट इज़ नोन एज द इंटेंसिटी ऑफ मैगनेटाइजेशन एंड इंटेंसिटी ऑफ मैगनेटाइजेशन इज इक्वल टू M upon B. M is what? It is the magnetic moment and V is what? Per unit volume. And the next one is magnetic susceptibility. Next is magnetic susceptibility, and magnetic susceptibility is basically the ratio of intensity of magnetization of the specimen to the strength of magnetic field is applied कि किन्नी ਆਪਾਂ magnetic field apply ਕਰਾਂਗੇ and ਕਿੰਨੀ ਜਿਹੜੀ intensity ਹੋਏਗੀ ਕਿੰਨੀ intensity ਤੱਕ ਮਤਲਬ ਕਿੰਨੀ strength ਜਿਹੜੀ ਹੈਗੀ ਉਹਦੀ ਮੈਗਨੇਟਾਈਜ਼ ਕਰਨ ਦੀ ਹੋਏਗੀ specimen ਨੂੰ ਉਹ ਜਿਹੜੀ intensity of magnetization ਜਿਹੜਾ ਆਪਾਂ ਪਿੱਛੇ ਟੌਪਿਕ ਪੜ੍ਹਿਆ intensity of magnetization is represented by the I and H is basically known as the strength of magnetic field and the next topic is and ਜਿਹੜੀ magnetization ਹੈਗੀ ਕੋਈ ਵੀ ਜਿਹੜੀ magnetization ਹੈ easily ਆਪਾਂ मेजर कर सकते हैं किसी भी मटीरियल की तो पर यूनिट वॉल्यूम जिन्ना भी आप वॉल्यूम कंसीडर करांगे ਉਹਦੇ ਅਕੋਰਡਿੰਗ ਆਪਾਂ ਜਿਹੜੀ ਮੈਗਨੇਟਾਈਜੇਸ਼ਨ ਹੈਗੀ ਮੈਗਨੈਟਿਕ ਸਸੈਪਟੀਬਿਲਿਟੀ ਜਿਹੜੀ ਹੈਗੀ ਆਪਾਂ ਮੇਜ਼ਰ ਕਰ ਸਕਦੇ ਹਾਂ ਐਂਡ ਜਿਹੜੀ ਮੈਗਨੈਟਿਕ ਸਸੈਪਟੀਬਿਲਿਟੀ ਹੈ ਬੇਸਿਕਲੀ ਜਦੋਂ ਆਪਾਂ ਵੋਲਿਊਮ ਦੀ ਗੱਲ ਕਰਦੇ ਹਾਂ ਦੈਨ ਇਟ ਕੈਨ ਬੀ ਡਿਨੋਟਡ ਇਨ ਟਰਮਸ ਆਫ ਗ੍ਰਾਮ ਮੈਗਨੈਟਿਕ ਸਸੈਪਟੀਬਿਲਿਟੀ ਜਦੋਂ ਵੀ ਆਪਾਂ ਗ੍ਰਾਮ ਮੈਗਨੈਟਿਕ ਸਸੈਪਟੀਬਿਲਿਟੀ ਆਪਾਂ ਰਿਪਰੈਜ਼ੈਂਟ ਕਰਾਂਗੇ ਇਟ ਇਜ਼ ਰਿਪਰੈਜ਼ੈਂਟਡ ਇਨ ਕਾਈ ਦਿਸ ਇਜ਼ ਬੇਸਿਕਲੀ ਨੋਨ ਐਜ਼ ਅ ਕਾਈ and chi means magnetic susceptibility per gram magnetic susceptibility per gram मतलब की होएगा K upon D and K upon D means it is the magnetic susceptibility per gram means it is known as the density of the material next होएगा molar magnetic susceptibility molar magnetic susceptibility means magnetic susceptibility per mole of the substance and per mole of the substance is represented by chi G into molar mass and it can be easily shown in terms of magnetic field and magnetic field strength P is equal to H plus 4 pi I and dividing the throughout equation by the H it is equal to B upon H upon H plus 4 pi I upon H this H will be cancelled out this is equal to B upon H is equal to 1 plus 4 pi I upon H. I upon H is what? I upon H is the ratio of intensity of the magnetization of the specimen to the strength of the magnetic field and it is known as magnetic susceptibility and this is equal to B upon H is equal to 1 plus 4 pi K. ठीक है इट द रिलेशनशिप बिटवीन द मोलर मैग्नेटिक ससैप्टिबिलिटी बोल सकते हो कि इट इज़ द रिलेशनशिप बिटवीन द परमीबिलिटी एंड द मैग्नेटिक ससैप्टिबिलिटी एंड मैग्नेटिक ससैप्टिबिलिटी जी हैगी है इन्हों आप डिफरेंट वे देना डिनोट कर सकते हैं जिमें काई ए ਨੂੰ ਆਪਾਂ ਕਹਾਂਗੇ मैग्नेटिक ससैप्टिबिलिटी पर मोल काई बी ਨੂੰ ਬੋਲਾਂਗੇ मैग्नेटिक ससैप्टिबिलिटी पर मोल ਜਦੋਂ मैं ਕੱਲਾ ਇਹਨੂੰ ਕਾਈ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਤਾਂ ਦਿਸ ਇਜ਼ ਨੋਨ ਐਜ਼ ਅ मैग्नेटिक ससैप्टिबिलिटी molecule per mole. The next topic will be uploaded in the next video.